ਇਨਕਮ ਟੈਕਸ ਡਿਪਾਰਟਮੈਂਟ ਵੱਲੋਂ ਮੇਰੇ ਕਈ ਜਿਹੜੇ ਘਰ, ਮੇਰੇ ਦਫ਼ਤਰ, ਫਾਰਮ ਹਾਊਸ, ਸਾਰੀ ਜਗ੍ਹਾ ਜਿਹੜੀ ਰੇਡ ਕੀਤੀ ਗਈ ਸੀ। ਕੱਲ੍ਹ ਸਵੇਰੇ 6 ਵਜੇ ਤੋਂ ਉਹਨਾਂ ਨੇ ਰੇਡ ਸ਼ੁਰੂ ਕੀਤੀ ਸੀ, ਅੱਜ ਸ਼ਾਮ ਤੱਕ ਰੇਡ ਖਤਮ ਹੋਈ ਆ। ਸੋ ਉਹਦੇ ਵਿੱਚ ਕੋਈ ਵੀ ਜਿਹਾ ਉਹਨਾਂ ਨੂੰ ਕੋਈ ਡਾਕੂਮੈਂਟ, ਗੋਲਡ ਜਿੰਨਾ ਚਾਹੀਦਾ ਸਾਡੇ ਕੋਲ ਉਨਾ ਸੀਗਾ, ਉਹ ਸਾਰਾ ਗੋਲਡ ਵੀ ਸਾਨੂੰ ਦੇ ਗਏ ਨੇ। ਕੈਸ਼ ਜਿੰਨਾ ਸਾਡੇ ਕੋਲ ਚਾਹੀਦਾ ਸੀ ਉਹ ਉਨਾ ਸੀਗਾ। ਇਸ ਤੋਂ ਬਿਨਾਂ ਜਿਹੜੇ ਬੈਂਕ ਅਕਾਊਂਟ ਸੀਗੇ ਸਾਰੇ ਲੀਗਲ ਸੀਗੇ ਅਤੇ ਉਹ ਸਾਰੇ ਜਿਹੜੇ ਡਿਕਲੇਅਰਡ ਸੀਗੇ, ਅਤੇ ਸਾਡੇ ਕੋਲ ਜਿੰਨੀ ਪ੍ਰੋਪਰਟੀ ਹੈਗੀ ਆ ਉਹ ਸਾਰੀ ਡਿਕਲੇਅਰਡ ਸੀਗੀ। ਕਿਉਂਕਿ ਇਸ ਤੋਂ ਪਹਿਲਾਂ ਵੀ 1999 ਦੇ ਵਿੱਚ ਜਿਹੜੀ ਸਾਡੇ 'ਤੇ ਇਨਕਮ ਟੈਕਸ ਦੀ ਰੇਡ ਉਦੋਂ ਵੀ ਕੀਤੀ ਗਈ ਸੀ, ਨੈਸ਼ਨਲ ਰੇਡ, ਦਿੱਲੀ ਤੋਂ ਟੀਮ ਆਈ ਸੀਗੀ, ਉਦੋਂ ਵੀ ਸਰਚ ਕੀਤੀ ਗਈ। ਉਸ ਸਮੇਂ ਵੀ ਕੋਈ ਵੀ ਟੈਕਸ ਆ ਜਿਹੜਾ ਉਦੋਂ ਕੋਈ ਐਕਸਟਰਾ ਲਾਇਆ ਨਹੀਂ ਗਿਆ ਸੀ, ਜ਼ੀਰੋ ਇਨਕਮ ਟੈਕਸ ਉਹਨਾਂ ਨੇ ਲਾਇਆ ਸੀਗਾ। ਅਤੇ ਸਾਰੀ ਜਾਇਦਾਦ ਉਸ ਟਾਈਮ ਦੀ ਬਹੁਤ ਡਿਕਲੇਅਰਡ ਹੈਗੀ ਆ, ਕਿਉਂਕਿ ਸਾਡੇ ਕੋਲ ਜੱਦੀ ਜਾਇਦਾਦ ਹੈਗੀ ਆ। ਮੈਂ ਪਹਿਲਾਂ ਵੀ ਦੱਸ ਚੁੱਕਿਆ ਕਿ 7ਵੀਂ ਪੀੜ੍ਹੀ ਦੀ ਵਿਰਾਸਤ ਆ। ਇਹ ਜਿਹੜਾ ਪਿੰਡ ਹੈਗਾ ਇਆਲੀ ਖੁਰਦ, ਇਸ ਪਿੰਡ ਦੀ ਜਿੰਨੀ ਮਲਕੀਅਤ ਸੀਗੀ ਐਂਗਲੋ ਸਿੱਖ ਵਾਰ ਤੋਂ ਬਾਅਦ, ਜਦੋਂ ਐਂਗਲੋ ਸਿੱਖ ਵਾਰ ਹੋਈ 1846 ਦੇ ਵਿੱਚ, ਉਦੋਂ ਸਾਡੇ ਨਾਲ ਦਾ ਜਿਹੜਾ ਪਿੰਡ ਬਾਰਨਹੜਾ, ਉੱਥੋਂ ਦਾ ਰਾਜਾ ਸੀ ਰਾਜਾ ਰਣਮਹੇਸ਼ ਸਿੰਘ। ਉਹਦੇ ਕੋਲ ਰਿਆਸਤ ਸੀ 21 ਪਿੰਡਾਂ ਦੀ। ਉਹਨੂੰ ਕਾਲੇ ਪਾਣੀ ਦੀ ਸਜ਼ਾ ਹੋ ਗਈ ਐਂਗਲੋ ਸਿੱਖ ਵਾਰ ਤੋਂ ਬਾਅਦ। ਤਾਂ ਉਹਦੀ ਵਾਈਫ ਵੱਲੋਂ ਸਾਡੇ ਜਿਹੜੇ ਬਜ਼ੁਰਗ ਬੜੇ ਨੇੜੇ ਸੀ ਰਾਜਾ ਸਾਹਿਬ ਦੇ, ਉਹਨਾਂ ਨੇ ਇੱਕ ਪਿੰਡ ਦੀ ਜ਼ਮੀਨ ਜਿਹੜੀ ਇਆਲੀ ਖੁਰਦ ਦੀ ਦਿੱਤੀ। ਇਹ ਉਸ ਪਿੰਡ ਨੂੰ ਫਿਰ ਸਾਡੇ ਬਜ਼ੁਰਗ ਜਿਹੜੇ ਵੱਡੇ ਵਡੇਰੇ ਗੁਲਾਬ ਸਿੰਘ ਸੀਗੇ, ਉਹਨਾਂ ਨੇ ਇੱਥੇ ਪਿੰਡ ਬੰਨਿਆ 1848 ਈਸਵੀ ਦੇ ਵਿੱਚ। ਅਤੇ ਉਦੋਂ ਤੀਜਾ ਹਿੱਸਾ ਲੋਕਾਂ ਨੂੰ ਜ਼ਮੀਨਾਂ ਦਿੱਤੀਆਂ ਫਰੀ, ਅਤੇ ਚੌਥਾ ਹਿੱਸਾ ਆਪਦੇ ਕੋਲ ਰੱਖਿਆ। ਅਤੇ ਉਹ ਜ਼ਮੀਨ ਸਾਡੇ ਕੋਲ 7ਵੀਂ ਵਿਰਾਸਤ ਦੇ ਵਿੱਚ ਆਈ ਆ ਜਿਹੜੀ। ਸੋ ਉਦੋਂ 99 ਦੇ ਵਿੱਚ ਜਦੋਂ ਰੇਡ ਹੋਈ ਸੀ, ਉਦੋਂ ਵੀ ਅਸੀਂ ਉਹਨਾਂ ਨੂੰ ਸਾਰਾ ਸਪਸ਼ਟ ਦੱਸਿਆ ਸੀਗਾ ਅਤੇ ਉਹਨਾਂ ਨੇ ਮੰਨ ਲਿਆ ਸੀਗਾ। ਲੇਕਿਨ ਹੁਣ ਉਸ ਤੋਂ ਬਾਅਦ ਐਜ਼ ਏ ਕੋਲੋਨਾਈਜ਼ਰ, ਕਿਉਂਕਿ ਸਾਡੇ ਪਿੰਡ ਦੀਆਂ ਜ਼ਮੀਨਾਂ ਤਕਰੀਬਨ 1993-94 ਤੋਂ ਵਿਕਣੀਆਂ ਸ਼ੁਰੂ ਹੋਈਆਂ, ਜਦੋਂ ਸ਼ਹਿਰ ਇੱਥੇ ਵਧਿਆ। ਸਾਡੀ ਬੜੀ ਅਟੈਚਮੈਂਟ ਸੀ ਜ਼ਮੀਨ ਦੇ ਨਾਲ, ਖੇਤੀ ਨਾਲ ਜੁੜੇ ਰਹੇ ਹਾਂ ਪੁਸ਼ਤਾਂ ਤੋਂ। ਮੇਰਾ ਫਾਦਰ, ਮੈਂ ਛੋਟੀ ਉਮਰ ਤੋਂ ਜੁੜਿਆ ਰਿਹਾ। ਅਸੀਂ ਵੇਚਣਾ ਨਹੀਂ ਚਾਹੁੰਦੇ ਸੀ ਜ਼ਮੀਨ ਨੂੰ। ਪਰ ਜਦੋਂ ਚੰਡੀਗੜ੍ਹ ਰੋਡ 'ਤੇ 1992 ਦੇ ਵਿੱਚ ਬੇਅੰਤ ਸਿੰਘ ਜੀ ਦੀ ਗਵਰਨਮੈਂਟ ਸੀ, ਜ਼ਮੀਨ ਅਕਵਾਇਰ ਹੋਈ, ਕਿਸਾਨਾਂ ਨੂੰ 35-35 ਲੱਖ ਭਾਅ ਦਾ 2-2 ਲੱਖ ਰੁਪਏ ਮਿਲਿਆ ਸੀ। ਤਾਂ ਉਸ ਸਮੇਂ ਫਿਰ ਮੇਰੇ ਫਾਦਰ ਨੇ ਕਿਹਾ ਵੀ ਜੇ ਆਪਾਂ ਕੱਲ੍ਹ ਨੂੰ ਜ਼ਮੀਨ ਅਕਵਾਇਰ ਹੋ ਗਈ ਤਾਂ ਆਪਣੇ ਪੱਲੇ ਕੁਛ ਨਹੀਂ, ਆਪਣੇ ਕੋਲੇ ਇਕੱਠੀ ਲੈਂਡ ਆ ਇੱਕੋ ਜਗ੍ਹਾ ਜ਼ਿਆਦਾ, ਅਤੇ ਆਪਾਂ ਹੌਲੀ ਹੌਲੀ ਇਹਨੂੰ ਸੇਲ ਕਰਨੀ ਸ਼ੁਰੂ ਕਰੀਏ। ਅਤੇ ਅਸੀਂ ਉਹ ਜ਼ਮੀਨ ਵੇਚ ਕੇ ਅੱਗੇ ਜ਼ਮੀਨ ਲੈਣੀ 94 ਤੋਂ ਸ਼ੁਰੂ ਕੀਤੀ ਹੋਈ ਆ। ਉਹ ਜ਼ਮੀਨਾਂ ਜਿਹੜੀਆਂ ਇੱਥੋਂ ਵੇਚ ਕੇ ਅੱਗੇ ਖਰੀਦੀ ਗਏ। ਕੁਛ ਅਸੀਂ ਥੋੜ੍ਹੀ ਦੂਰ ਲੈ ਗਏ, ਕੁਛ ਅਸੀਂ ਨੇੜੇ, ਜਿਵੇਂ 20ਵੀਂ ਪਿੰਡ ਦੀ ਜ਼ਮੀਨ ਅਸੀਂ ਅੱਜ ਤੋਂ 18-19 ਸਾਲ ਪਹਿਲਾਂ ਖਰੀਦੀ ਸੀਗੀ। ਉਹ ਦੁਬਾਰਾ ਅੱਜ ਇਆਲੀ ਨਾਲੋਂ ਵੀ ਜ਼ਿਆਦਾ ਮਹਿੰਗੀ ਹੋ ਗਈ ਹੈ, ਜਾਂ ਸ਼ਹਿਰ ਦੇ ਜ਼ਿਆਦਾ ਮੌਕੇ 'ਤੇ ਨਹਿਰ ਦੇ ਉੱਪਰ ਆ, ਉੱਥੇ ਵੀ ਅਸੀਂ ਕਾਲੋਨੀ ਬਣਾ ਰਹੇ ਹਾਂ। ਅਤੇ ਪਿਛਲੇ 28 ਸਾਲਾਂ ਤੋਂ ਮੈਂ ਰੀਅਲ estate ਦੇ ਬਿਜ਼ਨਸ 'ਚ ਆ, ਕਿਉਂਕਿ ਜਦੋਂ ਇਹ ਸ਼ਹਿਰ 'ਚ ਜ਼ਮੀਨਾਂ ਆਈਆਂ, ਉਸ ਸਮੇਂ ਕੋਲੋਨਾਈਜ਼ਰ ਆਏ ਜਿਹੜੇ ਇੱਥੇ, ਉਹਨਾਂ ਨੇ ਜ਼ਮੀਨਾਂ ਖਰੀਦ ਕੇ ਬਿਆਨੇ ਕਰ ਲਏ, ਲੋਕਾਂ ਨੂੰ ਸਮੇਂ ਸਿਰ ਪੇਮੈਂਟਾਂ ਨਹੀਂ ਮਿਲੀਆਂ, ਬੜੇ ਖਰਾਬ ਹੋਏ ਲੋਕ। ਮੈਂ ਉਸ ਸਮੇਂ ਜ਼ਿਮੀਂਦਾਰਾਂ ਦੇ ਨਾਲ ਖੜ੍ਹਿਆ, ਅਤੇ ਮੈਨੂੰ ਉਦੋਂ ਵੀ ਦਬਾਉਣ ਦੀ ਕੋਸ਼ਿਸ਼ ਕੀਤੀ, ਮੈਨੂੰ ਖਰੀਦਣ ਦੀ ਵੱਡੀਆਂ ਵੱਡੀਆਂ ਆਫਰਾਂ ਉਦੋਂ ਕੋਲੋਨਾਈਜ਼ਰਾਂ ਨੇ ਦਿੱਤੀਆਂ ਵੀ ਕਿ ਤੂੰ ਵੀ ਚੁੱਪ ਹੀ ਕਰ ਜਾ। ਲੇਕਿਨ ਮੈਂ ਉਹਨਾਂ ਕਿਸਾਨਾਂ ਦਾ ਸਾਥ ਦਿੱਤਾ, ਉਹਨਾਂ ਦੇ ਮਸਲੇ ਹੱਲ ਕਰਾਏ, ਕਿਸੇ ਨੂੰ ਜ਼ਮੀਨ ਛਡਾਈ, ਕਿਸੇ ਨੂੰ ਪਲਾਟ ਛਡਾਏ, ਆਪਦੇ ਪਿੰਡ ਦੇ ਸਾਰੇ ਲੋਕਾਂ ਨੂੰ। ਅਤੇ ਉਸ ਟਾਈਮ ਦਾ ਫਿਰ ਮੈਂ ਐਜ਼ ਏ ਤਕਰੀਬਨ ਪਿਛਲੇ 98 ਤੋਂ ਮੈਂ ਐਜ਼ ਏ ਕੋਲੋਨਾਈਜ਼ਰ ਦੇ ਤੌਰ 'ਤੇ ਕੰਮ ਕਰ ਰਿਹਾ ਵਾ। ਅਤੇ ਅਸੀਂ ਬੜੀ ਇਮਾਨਦਾਰੀ ਨਾਲ ਕਾਰੋਬਾਰ ਕਰਦੇ ਹਾਂ। ਜਿਹੜੇ ਕਿਸਾਨ ਦੀ ਅਸੀਂ ਜ਼ਮੀਨ ਖਰੀਦਦੇ ਹਾਂ, ਉਹਨੂੰ ਅੱਗੇ ਅਸੀਂ ਜ਼ਮੀਨ ਵੀ ਲੈ ਕੇ ਦਿੰਦੇ ਹਾਂ, ਉਹਦਾ ਅਸੀਂ ਘਰ ਵੀ ਬਣਵਾ ਕੇ ਦਿੰਦੇ ਹਾਂ, ਉਹਨੂੰ ਅਸੀਂ ਸਹੀ ਗਾਈਡੈਂਸ ਕਰਕੇ ਮਸ਼ੀਨਰੀ, ਟਰੈਕਟਰ, ਇੰਪਲੀਮੈਂਟ, ਕਾਰ ਤੱਕ ਵੀ, ਕਿਉਂਕਿ ਸਾਡਾ ਜਿਹੜਾ ਪਿੰਡ ਆ ਅਸੀਂ ਇਹਨੂੰ ਆਪਣਾ ਪਰਿਵਾਰ ਮੰਨਦੇ ਹਾਂ। ਅਤੇ ਜਿਹੜੇ ਜ਼ਿਮੀਂਦਾਰਾਂ ਤੋਂ ਅਸੀਂ ਜ਼ਮੀਨ ਖਰੀਦੀ ਆ, ਉਹਨਾਂ ਨੇ ਅੱਗੇ ਚੰਗੀਆਂ ਜ਼ਮੀਨਾਂ ਬਣਾਈਆਂ। ਅਤੇ ਵੱਡੀ ਗੱਲ ਕੀ ਆ ਵੀ ਅਸੀਂ ਸਾਡਾ ਪਿੰਡ ਬਹੁਤ ਖੁਸ਼ਹਾਲ ਆ, ਕਿਸੇ ਨੇ ਪੈਰ ਨਹੀਂ ਛੱਡੇ, ਖੇਤੀ ਨਾਲ ਜੁੜੇ ਹੋਏ ਆ ਸਾਰੇ। ਅਸੀਂ ਆਪ ਖੇਤੀ ਕਰਾਉਂਦੇ ਹਾਂ, ਅਸੀਂ ਦੂਜੀ ਸਟੇਟ 'ਚ ਵੀ ਖੇਤੀ ਕਰਾਉਂਦੇ ਹਾਂ, ਪੰਜਾਬ ਦੇ ਵਿੱਚ ਇੱਥੇ ਜਿੱਥੇ ਜ਼ਮੀਨਾਂ ਅਸੀਂ ਖੇਤੀ ਕਰਾਉਂਦੇ ਹਾਂ। ਅਤੇ ਸਾਡਾ ਸਾਰਾ ਪਿੰਡ ਪਹਿਲਾਂ ਮੇਰੇ ਫਾਦਰ ਨੂੰ ਫੋਲੋ ਕਰਦਾ ਸੀ, ਉਸ ਤੋਂ ਬਾਅਦ ਸਾਨੂੰ ਫੋਲੋ ਕਰਦਾ। ਅਤੇ ਸਾਡੇ ਪਿੰਡ ਦੇ ਜਿਹੜੇ ਨੌਜਵਾਨ ਨੇ ਅੱਗੇ ਜ਼ਮੀਨਾਂ ਲੈ ਲਈਆਂ, ਖੁੱਲ੍ਹੀਆਂ ਜ਼ਮੀਨਾਂ, ਸਾਰੇ ਖੇਤੀ ਕਰਦੇ ਨੇ ਅਤੇ ਆਪ ਹੱਥੀਂ ਕਿਰਤ ਕਰਦੇ ਨੇ। ਕੱਲ੍ਹ ਵੀ ਜਦੋਂ ਰੇਡ ਹੋਣ ਲੱਗੀ, ਮੈਂ ਸਵੇਰੇ 6 ਵਜੇ ਤਿਆਰ ਹੋ ਕੇ ਫਾਰਮ 'ਚ ਚੱਲਿਆ ਸੀਗਾ। ਪਰਸੋਂ ਚੌਥੇ ਮੈਂ ਇੱਕ ਦਿਨ ਪੂਰਾ ਫਾਰਮ ਦੇ ਵਿੱਚ ਲਾਇਆ। ਸਾਡੀ ਆਲੂ ਦੀ ਬਿਜਾਈ ਚੱਲ ਰਹੀ ਸੀ, ਕੱਲ੍ਹ ਕਣਕ ਦੀ ਬਿਜਾਈ ਲਈ ਮੈਂ ਜਾ ਰਿਹਾ ਸੀ। ਵੀ ਮੇਰਾ ਕੋਸ਼ਿਸ਼ ਹੁੰਦੀ ਆ ਵੀ ਠੀਕ ਆ, ਅੱਜ ਅਸੀਂ ਬਿਜ਼ਨਸਮੈਨ ਬਣ ਗਏ, ਅਸੀਂ ਰਾਜਨੀਤੀ 'ਚ ਆ ਗਏ, ਲੇਕਿਨ ਅਸੀਂ ਜੜ੍ਹਾਂ ਨੇ ਜਿਹੜੀਆਂ ਖੇਤੀ, ਉਹਦੇ ਨਾਲ ਅਸੀਂ ਜਦੋਂ ਦੇ 3 ਜਿਹੜੇ ਆਪਣੇ ਆਰਡੀਨੈਂਸ ਆਏ ਨੇ, ਉਸ ਦਿਨ ਤੋਂ ਪਹਿਲੇ ਦਿਨ ਤੋਂ ਮੈਂ ਵਿਰੋਧਤਾ ਕਰ ਰਿਹਾ। ਪਾਰਟੀ ਨੂੰ ਅਪੀਲ ਕੀਤੀ ਸੀ ਵੀ ਆਪਾਂ ਅਲਾਇੰਸ ਤੋੜੀਏ, ਕੇਂਦਰ ਦੀ ਵਜ਼ਾਰਤ ਛੱਡੀ, ਉਹਨਾਂ ਨੇ ਸਾਡੀ ਗੱਲ ਵੀ ਮੰਨਣੀ ਆ। ਅਤੇ ਅੱਜ ਤੱਕ ਹਰ ਕਿਸਾਨ ਦਾ ਅਸੀਂ ਪੂਰਾ ਸਾਥ ਦੇ ਰਹੇ ਹਾਂ।
ਕਿਸਾਨ ਅੰਦੋਲਨ 'ਚ ਜਿੰਨੇ ਕਿਸਾਨ ਸ਼ਹੀਦ ਹੋਏ ਨੇ, ਉੱਥੇ ਛੋਟਾ ਬ੍ਰਦਰ ਵੀ ਅਸੀਂ ਟੈਂਟ ਲਾ ਕੇ ਰੱਖਿਆ। ਉਸ ਤੋਂ ਬਿਨਾਂ ਹਰ ਇੱਕ ਪਰਿਵਾਰ ਦੀ ਮਦਦ ਕੀਤੀ ਆ। ਕੋਈ ਕਿਸਾਨ ਅੰਦੋਲਨ 'ਚ ਬਿਮਾਰ ਹੋਇਆ ਉਹਦੀ ਮਦਦ ਕੀਤੀ ਆ, ਤੇ ਆਉਣ ਵਾਲੇ ਸਮੇਂ 'ਚ ਵੀ ਕਰਦੇ ਰਹਾਂਗੇ। ਕੇਂਦਰ ਸਰਕਾਰ ਆ ਜਿਹੜੀ ਇਹ ਦਬਾਉਣਾ ਚਾਹੁੰਦੀ ਆ ਕਿਸਾਨਾਂ ਨੂੰ, ਲੇਕਿਨ ਅਸੀਂ ਦਿਲੋਂ ਪਿਆਰ ਕਰਦੇ ਹਾਂ ਕਿਸਾਨੀ ਦੇ ਨਾਲ, ਦਿਲੋਂ ਜੁੜੇ ਹੋਏ ਹਾਂ। ਠੀਕ ਆ, ਚਾਹੇ ਅੱਜ ਬਿਜ਼ਨਸ ਦੇ ਵਿੱਚ ਆ ਗਏ ਆ, ਲੇਕਿਨ ਮੈਂ ਆਪਣੇ ਬੱਚਿਆਂ ਨੂੰ ਵੀ ਅਸੀਂ ਗੱਲ ਕਹੀ ਆ ਵੀ ਖੇਤੀ ਨਾ ਕਦੇ ਛੱਡਿਓ। ਜੇ ਜ਼ਿੰਦਗੀ 'ਚ ਕਾਮਯਾਬ ਰਹਿਣਾ, ਕੋਈ ਬਿਜ਼ਨਸ ਕਰੋ, ਜੌਬ ਕਰੋ, ਕੁਛ ਕਰੋ, ਲੇਕਿਨ ਖੇਤੀ ਨਾਲ ਜੁੜ ਕੇ ਰਹੋ। ਸੋ ਤਾਂ ਜੋ ਅਸੀਂ ਵੀ ਚਾਹੁੰਦੇ ਹਾਂ ਕਿ ਆਉਣ ਵਾਲੀ ਸਾਡੀ ਪੀੜ੍ਹੀ ਜਿਹੜੀ ਖੇਤੀ ਤੋਂ ਦੂਰ ਜਾ ਰਹੀ ਹੈ ਨਾ, ਜੁੜ ਕੇ ਰਵੇ। ਜਿੱਥੇ ਤੱਕ ਮੈਂ ਪਹੁੰਚਿਆ ਅੱਜ ਜੇ ਬਿਜ਼ਨਸ ਤੱਕ ਅਸੀਂ ਪਹੁੰਚੇ ਹਾਂ, ਉਹ ਸਾਡੇ ਬਜ਼ੁਰਗਾਂ ਨੇ ਜਿਹੜੀਆਂ ਜ਼ਮੀਨਾਂ ਸੰਭਾਲੀਆਂ, ਉਹਨਾਂ ਜ਼ਮੀਨਾਂ ਕਰਕੇ। ਉਹ ਮਹਿੰਗੀਆਂ ਹੋਈਆਂ, ਠੀਕ ਆ, ਪਰ ਫਿਰ ਵੀ ਅਸੀਂ ਪੈਰ ਨਹੀਂ ਛੱਡੇ, ਅਸੀਂ ਖੇਤੀ ਨਹੀਂ ਛੱਡੀ, ਖੇਤੀ ਨਾਲ ਜੁੜੇ ਹੋਏ ਹਾਂ। ਸਾਡੇ ਕਰਕੇ ਸਾਡਾ ਸਾਰਾ ਪਿੰਡ ਜੁੜਿਆ ਹੋਇਆ, ਸਾਡੇ ਪਿੰਡ ਦੇ ਨੌਜਵਾਨ ਜੁੜੇ ਹੋਏ ਨੇ। ਸੋ ਬਹੁਤ ਵਧੀਆ, ਖੁਸ਼ਹਾਲੀ ਵੀ ਬਹੁਤ ਆ, ਲੇਕਿਨ ਇੱਕ ਰੋਲ ਮਾਡਲ ਦੇ ਤੌਰ 'ਤੇ ਕੰਮ ਕਰ ਰਹੇ ਨੇ। ਸ਼ਹਿਰ 'ਚ ਹੋਰ ਵੀ ਬੜੇ ਪਿੰਡ ਆਏ ਨੇ, ਲੇਕਿਨ ਉਨੇ ਕਾਮਯਾਬ ਨਹੀਂ ਹੋ ਸਕੇ ਜਿੰਨੇ ਪਰਮਾਤਮਾ ਦੀ ਮਿਹਰ ਸਾਡੇ ਇਸ ਪਿੰਡ ਦੇ ਉੱਤੇ ਆ। ਠੀਕ ਆ, ਅੱਗੇ ਵੀ 99 ਦੇ ਵਿੱਚ ਵੀ ਰੇਡ ਹੋਈ, ਉਦੋਂ ਵੀ ਅਸੀਂ ਇਸ ਪ੍ਰੋਸੈਸ 'ਚੋਂ ਗੁਜ਼ਰੇ ਹਾਂ, ਤੇ ਹੁਣ ਵੀ, ਕਿਉਂਕਿ ਅਸੀਂ ਪੂਰਾ ਸਹਿਯੋਗ ਦਿੱਤਾ ਟੀਮ ਨੂੰ, ਸਾਰੀ ਨੂੰ, ਵੀ ਜੋ ਤੁਸੀਂ ਪੜਤਾਲ ਕਰਨੀ ਹੈ। ਦੇਖੋ, ਜੋ ਗੋਲਡ ਸਾਡੇ ਘਰੋਂ ਮਿਲਿਆ, ਜਿੰਨਾ ਚਾਹੀਦਾ ਓਨਾ ਗੋਲਡ ਸੀਗਾ, ਉਹ ਸਾਨੂੰ ਵਾਪਸ ਕਰ ਗਏ ਨੇ। ਕੈਸ਼ ਜਿੰਨਾ ਚਾਹੀਦਾ ਹੁੰਦਾ ਪਰਿਵਾਰ ਕੋਲੇ ਓਨਾ ਸੀਗਾ। ਜਿੰਨੇ ਬੈਂਕ ਅਕਾਊਂਟ ਆ ਲੀਗਲ ਸੀਗੇ, ਸਾਰੇ ਡਿਕਲੇਅਰਡ ਸੀਗੇ। ਜਿੰਨੀ ਜ਼ਮੀਨ ਜਾਇਦਾਦ ਜਿੱਥੇ ਜਿੱਥੇ ਵੀ ਹੈਗੀ ਆ, ਸਾਰੀ ਪਹਿਲਾਂ ਹੀ ਇਨਕਮ ਟੈਕਸ ਨੂੰ ਡਿਪਾਰਟਮੈਂਟ ਨੂੰ ਡਿਕਲੇਅਰਡ ਆ ਸਾਰੀ। ਕੋਈ ਨਵੀਂ ਖਰੀਦ ਰਹੇ ਆ, ਨਾਲ ਦੀ ਨਾਲ ਡਿਕਲੇਅਰ ਕਰ ਦਿੰਦੇ ਆ। ਸੋ ਇਸ ਲਈ ਕੋਈ ਵੀ ਅਜਿਹਾ ਡਾਕੂਮੈਂਟ ਨਹੀਂ ਤੇ ਜਿਹੜਾ ਡਿਕਲੇਅਰਡ ਨਾ ਹੋਵੇ। ਹਰ ਚੀਜ਼ ਪੱਕੇ ਦੇ ਵਿੱਚ ਆ, ਹਰ ਚੀਜ਼ ਲੀਗਲ ਆ। ਸੋ ਠੀਕ ਆ, ਜਦੋਂ ਤੁਸੀਂ ਅੱਗੇ ਵੱਧਦੇ ਹੋ ਦਿੱਕਤਾਂ ਆਉਂਦੀਆਂ, ਵਿਰੋਧੀਆਂ ਨੂੰ ਵੀ ਹੁੰਦਾ। ਹਰ ਇੱਕ ਬੰਦਾ ਜਦੋਂ ਅੱਗੇ ਵੱਧਦਾ, ਉਹਦੀ ਥੋੜ੍ਹੀ ਮੋਟੀ ਜੈਲਸ ਵੀ ਹੁੰਦੀ ਆ, ਵਿਰੋਧਤਾ ਵੀ ਹੁੰਦੀ ਆ, ਲੇਕਿਨ ਇਸ ਤਰ੍ਹਾਂ ਦੇ ਚੈਲੰਜ ਵੀ ਤੁਹਾਨੂੰ ਲਾਈਫ ਦੇ ਵਿੱਚ ਆਉਂਦੇ ਰਹਿੰਦੇ ਨੇ। ਸੋ ਇਸ ਲਈ ਕੋਈ ਵੀ ਘਬਰਾਉਣ ਦੀ ਲੋੜ ਨਹੀਂ। ਬੜਾ ਸਾਥ ਦਿੱਤਾ ਮੇਰੇ ਪਿੰਡ ਵਾਸੀਆਂ ਨੇ, ਸਾਰੇ ਆ ਕੇ ਇੱਥੇ ਇਸ ਟਾਈਮ ਮੀਡੀਆ ਸਾਡਾ ਸਾਥ ਦਿੰਦਾ ਰਿਹਾ, ਹਲਕੇ ਦੇ ਲੋਕ। ਮੈਂ ਤਾਂ ਆਪ ਨੂੰ ਕਿ ਵੀ ਕੋਈ ਲੋੜ ਨਹੀਂ ਹੈਗੀ, ਇਹਨਾਂ ਨੇ ਆਪਣਾ ਕੰਮ ਕਰਨਾ ਵਾ, ਇਹਨਾਂ ਨੂੰ ਅਸੀਂ ਪੂਰਾ ਸਾਥ ਦੇ ਰਹੇ ਹਾਂ ਤੇ ਪੂਰਾ ਸਹਿਯੋਗ ਦਿੱਤਾ ਵੀ ਜੋ ਮਰਜ਼ੀ ਤੁਸੀਂ ਸਰਚ ਕਰੋ, ਤੁਸੀਂ ਜਿੱਥੇ ਮਰਜ਼ੀ ਚੈੱਕ ਕਰੋ ਸਾਰਾ। ਕਿਉਂਕਿ ਸਾਡੇ ਜਿਹੜੇ ਡਾਕੂਮੈਂਟ ਸੀ, ਬਹੁਤੇ ਤਾਂ ਲੋਕਾਂ ਦੇ ਡਾਕੂਮੈਂਟ ਨਿਕਲੇ ਆ, ਜਿਹੜੇ ਲੋਕਾਂ ਦੇ ਕੰਮਾਂ ਵਾਲੇ ਸੀਗੇ। ਕਿਸੇ ਦੀ ਬਦਲੀ ਦਾ, ਕਿਸੇ ਦਾ ਕੋਈ ਰਾਸ਼ਨ ਕਾਰਡ ਬਣਨਾ, ਕਿਸੇ ਦਾ ਨੀਲਾ ਕਾਰਡ ਬਣਨਾ ਜਾਂ ਹੋਰ। ਪਰ ਪੜਤਾਲ ਹਰ ਡਾਕੂਮੈਂਟ ਦੀ ਕਰਨੀ ਪੈਂਦੀ, ਟਾਈਮ ਲੱਗਦਾ ਉਹਨੂੰ। ਜੋ ਦੇਖਦੇ ਆ ਵੀ ਇਹ ਸਾਡੇ ਕੰਮ ਦਾ ਨਹੀਂ, ਤਾਂ ਉਹਨੂੰ ਛੱਡ ਦਿੰਦੇ ਨੇ। ਸੋ ਇਸ ਕਰਕੇ ਜਿਹੜਾ ਤਕਰੀਬਨ ਉਹ ਇਹ ਜਿਹੜੀ ਰੇਡ ਲੰਬਾ ਸਮਾਂ ਚੱਲੀ ਆ, ਅਤੇ ਉਹਨਾਂ ਨੇ ਸਾਰੀ ਪੜਤਾਲ ਹਰ ਸਾਈਟ 'ਤੇ ਕਰਕੇ, ਅਤੇ ਉਹਨਾਂ ਨੇ ਬਿਲਕੁਲ ਜਿਹੜੀ ਉਹਨਾਂ ਦੀ ਜਿਹੜੀ ਤਸੱਲੀ ਹੋਈ ਆ। ਅਤੇ ਆਉਣ ਵਾਲੇ ਸਮੇਂ 'ਚ ਸਾਨੂੰ ਕੋਈ ਸਹਿਯੋਗ ਦੀ ਲੋੜ ਹੋਊ ਤਾਂ ਅਸੀਂ ਡਟ ਕੇ ਜਿਹੜਾ ਸਹਿਯੋਗ ਹੈਗਾ ਉਹਨਾਂ ਦਾ ਅਸੀਂ ਦੇਵਾਂਗੇ। ਅਤੇ ਅਸੀਂ ਚਾਹੇ ਅੱਜ ਬਿਜ਼ਨਸ ਕਰ ਰਹੇ ਹਾਂ, ਚਾਹੇ ਰਾਜਨੀਤੀ ਕਰ ਰਹੇ ਹਾਂ, ਚਾਹੇ ਖੇਤੀ ਕਰ ਰਹੇ ਹਾਂ, ਤਿੰਨੇ ਹੀ ਜਿਹੜੇ ਸਾਡੇ ਫੀਲਡ ਨੇ, ਬੜੀ ਇਮਾਨਦਾਰੀ ਨਾਲ ਅਸੀਂ ਕੰਮ ਕਰ ਰਹੇ ਹਾਂ। ਜੇ ਖੇਤੀ ਆ ਤਾਂ ਦਿਲੋਂ ਜੁੜੇ ਹੋਏ ਹਾਂ, ਕਿਸਾਨੀ ਲਈ ਦਿਲੋਂ ਜੁੜੇ ਹੋਏ ਹਾਂ, ਡਟ ਕੇ ਸਾਥ ਦੇ ਰਹੇ ਹਾਂ ਅੰਦੋਲਨ ਦਾ ਵੀ, ਅੰਦੋਲਨ ਨਾਲ ਜੁੜੇ ਕਿਸਾਨਾਂ ਦਾ ਵੀ, ਅਤੇ ਪੂਰਾ ਦੇਵਾਂਗੇ। ਅਤੇ ਜੇ ਬਿਜ਼ਨਸ ਕਰ ਰਹੇ ਹਾਂ ਤਾਂ ਇਮਾਨਦਾਰੀ ਦੇ ਨਾਲ, ਬਈ ਬਹੁਤ ਵਧੀਆ ਪ੍ਰੋਜੈਕਟ ਬਣਾਈਏ, ਲੋਕਾਂ ਨੂੰ ਹਰ ਸਹੂਲਤ ਦੇਵੇ, ਨਾ ਕਿਸੇ ਜ਼ਿਮੀਂਦਾਰ ਨੂੰ ਦਿੱਕਤ ਆਵੇ, ਨਾ ਕਿਸੇ ਪਲਾਟ ਹੋਲਡਰ ਨੂੰ ਦਿੱਕਤ ਆਵੇ। ਸੋ ਇਸ ਢੰਗ ਨਾਲ ਅਪਾਰਟਮੈਂਟ ਵੀ ਬਣਾਏ ਨੇ ਪਹਿਲਾਂ, ਉਹ ਵੀ ਬਹੁਤ ਵਧੀਆ ਨੇ, ਅਤੇ ਲੋਕਾਂ ਨੂੰ ਉਹਦੇ ਵਿੱਚ ਵੀ ਪੂਰੀ ਸਹੂਲਤ ਦਿੱਤੀ ਗਈ ਆ। ਸੋ ਰਾਜਨੀਤੀ ਕਰ ਰਹੇ ਹਾਂ ਪੂਰੀ ਇਮਾਨਦਾਰੀ ਦੇ ਨਾਲ, ਕੋਈ ਇੰਟਰਸਟ ਨਹੀਂ, ਕੋਈ ਪੈਸੇ ਦਾ ਲਾਲਚ ਨਹੀਂ। ਪਰਮਾਤਮਾ ਦੀ ਬੜੀ ਕਿਰਪਾ, ਨਾ ਕੋਈ ਫਾਇਦਾ ਪਿਛਲੀਆਂ ਸਰਕਾਰਾਂ ਦੇ ਵਿੱਚ ਲਿਆ ਅਤੇ ਨਾ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਲੈਣਾ। ਅਤੇ ਪਰਮਾਤਮਾ ਮਿਹਰ ਕਰੇ, ਅਸੀਂ ਆਪਦੇ ਜਿਹੜੀ ਆ ਜਿਸ ਏਜੰਡੇ 'ਤੇ ਚੱਲੇ ਹਾਂ, ਇਹਦੇ 'ਤੇ ਪਰਮਾਤਮਾ ਸਾਨੂੰ ਸਾਡੇ 'ਤੇ ਮਿਹਰ ਭਰੇ ਹੱਥ ਰੱਖੇ, ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਮਾਨਦਾਰੀ ਦੇ ਨਾਲ ਤਿੰਨੇ ਜਿਹੜੇ ਫੀਲਡ ਉਹਨਾਂ ਵਿੱਚ ਅਸੀਂ ਕੰਮ ਕਰਦੇ ਰਹੀਏ, ਅਤੇ ਲੋਕਾਂ ਦਾ ਸਹਿਯੋਗ ਆ ਜਿਹੜਾ ਮਿਲਦਾ ਰਹੇ। ਠੀਕ ਆ, ਚੰਗੇ ਮਾੜੇ ਸਮੇਂ ਆਉਂਦੇ ਰਹਿੰਦੇ ਆ, ਜੇ ਤੁਸੀਂ ਸਹੀ ਹੋ ਤਾਂ ਤੁਹਾਨੂੰ ਕੋਈ ਦਿੱਕਤ ਨਹੀਂ। ਸੋ ਇਸ ਲਈ ਮੈਂ ਫਿਰ ਸਾਰਿਆਂ ਦਾ, ਸਾਰੇ ਮੇਰੇ ਜਿਹੜੇ ਸਪੋਰਟਰ ਨੇ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਆ। ਠੀਕ ਆ, ਮੇਰੀ ਕੱਲ੍ਹ ਦੀ ਫਲਾਈਟ ਸੀਗੀ ਕੈਨੇਡਾ ਦੀ। ਮੇਰੇ ਮਦਰ ਇਨ ਲਾ, ਮੇਰੇ ਜਿਹੜੀ ਸੱਸ ਮਾਂ, ਉਹਨਾਂ ਦੀ ਕੁਛ ਦਿਨ ਪਹਿਲਾਂ ਕੈਨੇਡਾ ਦੇ ਵਿੱਚ ਡੈਥ ਹੋ ਗਈ ਸੀ, ਪਰਮਜੀਤ ਕੌਰ ਔਲਖ ਜੀ ਦੀ। ਸੋ ਉਹਨਾਂ ਦਾ 21 ਤਰੀਕ ਨੂੰ ਸੰਸਕਾਰ ਸੀ, 1 ਨੂੰ ਭੋਗ ਸੀ। ਮੈਂ ਕੱਲ੍ਹ ਜਾਣਾ ਸੀ, ਲੇਕਿਨ ਹੁਣ ਇਸੇ ਵਜ੍ਹਾ ਕਰਕੇ ਉਹ ਮੈਂ ਕੈਂਸਲ ਕੀਤਾ ਵੀ ਪਤਾ ਨਹੀਂ ਕਿਉਂ ਇਹ ਇੱਥੇ ਲੋਕਾਂ ਨੇ ਆਉਣਾ ਹੁੰਦਾ, ਮਿਲਣਾ ਹੁੰਦਾ, ਲੋੜ ਹੁੰਦੀ ਹੈ, ਕਹਿੰਦਾ ਪਤਾ ਨਹੀਂ ਕਿਉਂ ਚਲੇ ਗਏ ਨੇ। ਲੇਕਿਨ ਉਹ ਮੈਂ ਕੱਲ੍ਹ ਦੀ ਮੇਰੀ ਟਿਕਟ ਸੀ, ਮੈਂ ਇਸੇ ਕਰਕੇ ਜਿਹੜੀ ਇਹ ਇਨਕਮ ਟੈਕਸ ਦਾ ਜਿਹੜੀ ਆਈ ਆ ਰੇਟ ਕਰਕੇ ਹੀ ਮੈਂ ਜਿਹੜਾ ਉਹ ਵੀ ਪ੍ਰੋਗਰਾਮ ਕੈਂਸਲ ਕੀਤਾ। ਸੋ ਇਸ ਲਈ ਤੁਹਾਡਾ ਸਾਰਿਆਂ ਦਾ ਹੀ ਸਹਿਯੋਗ ਦੇਣ 'ਤੇ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।